ਵੈਲਕਮ ਬੈਕ। ਮੈਂ ਮਨਵੀਰ ਕੌਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਆਪਾਂ ਗੱਲ ਕਰਾਂਗੇ ਬਿਹਾਰ ਦੇ ਵਿੱਚ 26 ਜਨਵਰੀ 2022 ਨੂੰ ਮਤਲਬ ਪਿਛਲੇ ਮੰਡੇ ਗਣਤੰਤਰ ਦਿਵਸ ਤੇ ਜੋ ਬਿਹਾਰ ਦੇ ਵਿੱਚ ਹੋਇਆ। ਬਿਹਾਰ 'ਚ ਕੀ ਹੋਇਆ? ਬਹੁਤ ਭਾਰੀ ਸੰਖਿਆ ਦੇ ਵਿੱਚ ਯੂਥ ਯੰਗ ਜਿਹੜੇ ਬੱਚੇ ਆ, ਜਿਹੜੇ ਬੇਰੁਜ਼ਗਾਰ ਪੜ੍ਹੇ ਲਿਖੇ ਬੇਰੁਜ਼ਗਾਰ ਨੇ, ਜਿਹੜੇ ਨੌਕਰੀ ਦੀ ਭਾਲ ਦੇ ਵਿੱਚ ਆ, ਉਹਨਾਂ ਨੇ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਔਰ ਇੱਕ ਪਟਨਾ ਦੇ ਰੇਲਵੇ ਸਟੇਸ਼ਨ ਨੂੰ ਘੇਰ ਲਿਆ। ਉੱਥੇ ਕਾਫੀ ਭਾਰੀ ਸੰਖਿਆ 'ਚੋਂ ਇਕੱਠੇ ਹੋਏ। ਜਦੋਂ ਬਹੁਤ ਭਾਰੀ ਸੰਖਿਆ 'ਚ ਭੀੜ ਇਕੱਠੀ ਹੋ ਜੇ ਆਪਣਾ ਵਿਦਰੋਹ ਕਰਨ ਦੇ ਲਈ, ਰੇਲ ਗੱਡੀ ਦੀਆਂ ਪਟੜੀਆਂ ਉਖਾੜ ਦਵੇ, ਤਾਂ ਫਿਰ ਪੁਲਿਸ ਜਿਹੜੀ ਹੈ, ਪੁਲਿਸ ਦਾ ਕੰਮ ਹੁੰਦਾ ਹੈ, ਸਰਕਾਰੀ ਤੰਤਰ ਜੋ ਉਹਨਾਂ ਨੂੰ ਆਰਡਰ ਕਰਦਾ ਹੈ ਉਸੇ ਤੇ ਹੀ ਪੁਲਿਸ ਕਾਰਵਾਈ ਕਰਦੀ ਹੈ। ਪੁਲਿਸ ਮਜਬੂਰ ਹੁੰਦੀ ਹੈ ਐਂਡ ਪੁਲਿਸ ਦਾ ਆਪਣਾ ਹੀ ਢੰਗ ਹੁੰਦਾ ਹੈ। ਬਹੁਤ ਬਰੂਟੈਲਿਟੀ ਨਾਲ ਲਾਠੀ ਚਾਰਜ ਕੀਤਾ, ਅਥਰੂ ਗੈਸ ਤੇ ਗੋਲੇ ਵਰਾਏ ਐਂਡ ਪਲੱਸ ਪਾਣੀ ਦੀਆਂ ਬੁਛਾੜਾਂ ਐਂਡ ਹੋਰ ਵੀ ਜੋ ਸੇਵਾ ਪੁਲਿਸ ਕਰ ਸਕਦੀ ਸੀ ਪੁਲਿਸ ਨੇ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ। ਕਾਫੀ ਬੱਚਿਆਂ ਦੇ ਸੱਟਾਂ ਲੱਗੀਆਂ, ਸਿਰਾਂ ਦੇ ਸੱਟਾਂ ਲੱਗੀਆਂ। ਤੁਸੀਂ ਤਸਵੀਰਾਂ ਦੇਖੀਆਂ ਹੋਣੀਆਂ, ਟਵਿੱਟਰ ਤੇ ਬਹੁਤ ਟ੍ਰੈਂਡਿੰਗ ਸੀ ਐਂਡ ਖਬਰਾਂ ਦੇ ਵਿੱਚ ਵੀ, ਅਖਬਾਰਾਂ ਦੇ ਵਿੱਚ ਵੀ। ਹੱਥਾਂ ਦੇ ਸੱਟਾਂ, ਪੈਰਾਂ ਦੇ ਸੱਟਾਂ, ਚੱਪਲਾਂ ਗਵਾਚ ਗਈਆਂ ਬੱਚਿਆਂ ਦੀਆਂ। ਚੱਪਲਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਜਿੰਨੀ ਭਾਰੀ ਸੰਖਿਆ ਦੇ ਵਿੱਚ ਉੱਥੇ ਬੱਚੇ ਇਕੱਠੇ ਹੋਏ ਸੀਗੇ। ਅਗਰ ਮੰਨ ਲਓ 1 ਲੱਖ ਲੋਕਾਂ ਦੀ ਚੱਪਲ ਗਵਾਚ ਜਾਏ ਤਾਂ 100 ਰੁਪਏ ਦੀ ਇੱਕ ਚੱਪਲ ਹੋਵੇ ਤਾਂ 1 ਲੱਖ ਬੱਚੇ ਹੋਣ ਤਾਂ ਸੋਚ ਲਓ ਕਿੰਨੇ ਲੱਖਾਂ ਦਾ ਨੁਕਸਾਨ ਹੋ ਗਿਆ। ਦਿਸ ਇਜ਼ ਅਨਦਰ ਵੇ ਆਫ ਲੁਕਿੰਗ ਐਟ ਇਟ। ਉਸ ਤੋਂ ਬਾਅਦ ਬੱਚੇ ਨਾਰਾਜ਼ ਹੋਏ, ਉਹਨਾਂ ਨੇ ਟ੍ਰੇਨ ਨੂੰ, ਰੇਲ ਦੇ ਇੱਕ ਡੱਬੇ ਨੂੰ ਅੱਗ ਲਗਾ ਦਿੱਤੀ। ਭੜਕ ਗਏ ਯੂਥ, ਭੜਕ ਗਏ ਨੌਜਵਾਨ। ਉਹ ਨੌਜਵਾਨ ਜਿਹੜੇ ਬੜੇ ਹੀ ਪਹਿਲਾਂ ਹੀ ਧਿਆਏ ਹੋਏ ਸੀਗੇ ਨੌਕਰੀ ਦੀ ਤਲਾਸ਼ ਦੇ ਵਿੱਚ। ਮਾਮਲਾ ਕੀ ਸੀ? ਮਾਮਲਾ ਸਾਰਾ ਇਹ ਸੀ ਕਿ ਰੇਲਵੇ ਰਿਕਰੂਟਮੈਂਟ ਬੋਰਡ ਮਤਲਬ ਕਿ ਰੇਲਵੇ ਦੀ ਭਰਤੀ ਸੀ। ਬਹੁਤ ਛੋਟੀ ਜੀ ਲਾਈਨਾਂ ਦੇ ਵਿੱਚ ਮੈਂ ਡਿਸਕ੍ਰਾਈਬ ਕਰਾਂਗੀ। ਭਰਤੀ 2018-19 ਦੀਆਂ ਜਦੋਂ ਬਿਹਾਰ ਦੀਆਂ ਚੋਣਾਂ ਆਈਆਂ ਸੀ ਉਸ ਟਾਈਮ ਬਹੁਤ ਵੱਡਾ ਮੁੱਦਾ ਬਣਿਆ ਸੀ। ਇਸ ਕਰਕੇ ਸਟੂਡੈਂਟਸ ਨੇ ਉਸ ਟਾਈਮ ਵੀ ਇਹਨੂੰ ਬਹੁਤ ਵੱਡਾ ਮੁੱਦਾ ਬਣਾਇਆ ਸੀ ਔਰ ਉਦੋਂ ਭਰਤੀ ਨਿਕਲੀ ਸੀ 2019 ਦੇ ਵਿੱਚ। ਅੱਜ ਹੈ 2022। 2019 ਚ ਭਰਤੀ ਨਿਕਲੀ ਸੀ ਬਟ ਉਹਦਾ ਜਿਹੜਾ ਪੇਪਰ ਹੈ ਉਹ ਹਜੇ ਤੱਕ ਨਹੀਂ ਹੋਇਆ ਸੀ। ਪੇਪਰ ਕਰਾਉਣ ਦੇ ਲਈ ਵੀ ਬੱਚਿਆਂ ਨੂੰ ਫਰਦਰ ਪ੍ਰੋਟੈਸਟ ਕਰਨਾ ਪਿਆ। 2020 ਦੇ ਵਿੱਚ ਜਾ ਕੇ ਦੁਬਾਰਾ ਬੱਚਿਆਂ ਨੇ ਅੰਦੋਲਨ ਕੀਤਾ ਔਰ ਉਹਨਾਂ ਨੇ ਕਿਹਾ ਸਾਡਾ ਪੇਪਰ ਲੈ ਲਓ। ਉਸ ਪੇਪਰ ਲੈਣ ਤੋਂ ਬਾਅਦ ਵੀ ਬੱਚਿਆਂ ਨੇ ਅੰਦੋਲਨ ਕੀਤਾ, ਇੱਕ ਆਪਣੇ ਵੱਲੋਂ ਪ੍ਰੋਟੈਸਟ ਕੀਤਾ, ਡਿਜੀਟਲ ਸਟ੍ਰਾਈਕਸ ਕੀਤੀਆਂ। ਉਹਨਾਂ ਨੇ ਕਿਹਾ ਜੀ ਹੁਣ ਸਾਡਾ ਪੇਪਰ ਲੈ ਲਿਆ, ਸਾਡਾ ਰਿਜ਼ਲਟ ਵੀ ਦੇ ਦਿਓ। ਸੋ ਇਹ ਸਾਰੀਆਂ ਗੜਬੜ ਜਿਹੜੀਆਂ ਇਹਨਾਂ ਡਿਲੇ ਐਂਡ ਫਰਦਰ ਡਿਲੇ ਜਿਹੜਾ ਹੋ ਰਿਹਾ ਸੀ ਸਰਕਾਰ ਵੱਲੋਂ, ਇਹ ਬੱਚਿਆਂ ਦਾ, ਸਟੂਡੈਂਟਸ ਦਾ ਸਬਰ ਟੁੱਟ ਰਿਹਾ ਸੀ। ਉਹੀ ਸਬਰ ਟੁੱਟਣ ਦਾ ਹੀ ਜਿਹੜਾ ਨਤੀਜਾ 26 ਜਨਵਰੀ ਨੂੰ ਦੇਖਣ ਨੂੰ ਮਿਲਿਆ। ਇਹ ਚੀਜ਼ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਇੱਕ ਛੋਟੀ ਜੀ ਝਲਕ ਸੀ ਕਿਉਂਕਿ ਬੇਰੁਜ਼ਗਾਰੀ ਇਕੱਲੇ ਬਿਹਾਰ ਦੇ ਵਿੱਚ ਨਹੀਂ ਹੈ, ਬੇਰੁਜ਼ਗਾਰੀ ਆਲਮੋਸਟ ਹਰ ਸੂਬੇ ਦੇ ਵਿੱਚ ਔਰ ਪੰਜਾਬ 'ਚ ਵੀ ਘੱਟ ਨਹੀਂ ਹੈ। ਫਿਲਹਾਲ ਮਾਮਲਾ ਇਹ ਸੀ ਕਿ ਰੇਲਵੇ ਬੋਰਡ ਦੇ ਵਿੱਚ ਰਿਕਰੂਟਮੈਂਟ 'ਚ ਧਾਂਦਲੀ ਹੋਈ ਸੀ ਇੱਕ ਪੇਪਰ ਦੇ ਲਈ ਜਿਹਦੇ 'ਚ 3.5 ਲੱਖ ਤੋਂ ਨੇੜੇ ਤੇੜੇ ਅਸਾਮੀਆਂ ਸੀ। ਉਹਦੇ ਲਈ 1.25 ਕਰੋੜ ਬੱਚੇ ਨੇ ਫਾਰਮ ਭਰਿਆ। 3.5 ਲੱਖ ਜੌਬ ਦੇ ਲਈ 1.25 ਕਰੋੜ 1.25 ਕਰੋੜ ਬੱਚੇ ਕੈਂਡੀਡੇਟ ਸੀ ਜਿਹੜੇ ਕਹਿੰਦੇ ਸੀ ਅਸੀਂ ਵੀ ਇਹ ਨੌਕਰੀ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਆਪਣੇ ਫਾਰਮ ਭਰੇ ਸੀ। ਵੈਸੇ ਰੇਲਵੇ ਰਿਕਰੂਟਮੈਂਟ ਬੋਰਡ ਨੂੰ ਕਾਫੀ ਕਮਾਈ ਹੋਈ। 1 ਕਰੋੜ 25 ਲੱਖ ਬੱਚਿਆਂ ਦੇ ਫਾਰਮ ਭਰੇ ਗਏ। ਜਨਰਲ ਕੈਟੇਗਰੀ ਦਾ 500 ਰੁਪਏ ਦਾ ਫਾਰਮ ਸੀ। ਐਸਸੀ ਕੈਟੇਗਰੀ ਦਾ ਮੇਰਾ ਅਨੁਮਾਨ ਹੈ 50% ਹੁੰਦਾ ਹੈ ਤਾਂ 250 ਰੁਪਏ ਦਾ ਸੀ। ਤਾਂ ਤੁਸੀਂ ਸੋਚ ਸਕਦੇ ਹੋ ਕਿੰਨੀ ਕਮਾਈ ਰੇਲਵੇ ਰਿਕਰੂਟਮੈਂਟ ਬੋਰਡ ਨੂੰ ਹੋਈ। ਉਹ ਰੇਲਵੇਜ਼ ਜਿਹੜੀਆਂ ਜ਼ਿਆਦਾਤਰ ਵਿਕ ਚੁੱਕੀਆਂ ਹੈ, ਜਿਹੜੀਆਂ ਪ੍ਰਾਈਵੇਟ ਹੱਥਾਂ 'ਚ ਜਾ ਚੁੱਕੀਆਂ। ਸੋ 2019 ਦਾ ਮਾਮਲਾ ਸੀ। ਬੱਚੇ ਕਹਿੰਦੇ ਸੀ ਸਾਡਾ ਪੇਪਰ ਲਾਓ, ਸਾਨੂੰ ਭਰਤੀ ਕਰੋ। ਲੇਕਿਨ ਉਹ ਭਰਤੀ ਲਟਕਦੀ ਅੱਜ 2022 ਤੇ ਆ ਗਈ। ਪਹਿਲਾਂ ਭਰਤੀਆਂ ਖਲਵਾਉਣ ਲਈ ਬੱਚਿਆਂ ਨੇ ਪ੍ਰੋਟੈਸਟ ਕੀਤਾ ਬਿਹਾਰ ਦਿਆਂ ਨੇ। ਉਸ ਤੋਂ ਬਾਅਦ ਪੇਪਰ ਕਰਾਉਣ ਲਈ ਪ੍ਰੋਟੈਸਟ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰਿਜ਼ਲਟ ਕਢਵਾਉਣ ਲਈ ਪ੍ਰੋਟੈਸਟ ਕੀਤਾ ਵੀ ਅਗਰ ਤੁਸੀਂ ਪੇਪਰ ਲੈ ਲਿਆ ਤਾਂ ਸਾਡਾ ਰਿਜ਼ਲਟ ਕੱਢ ਦਿਓ। ਰਿਜ਼ਲਟ ਕੱਢਣ ਤੋਂ ਬਾਅਦ ਹੁਣ ਰੀਸੈਂਟਲੀ ਕੀ ਹੋਇਆ, ਰੇਲਵੇ ਨੇ ਇੱਕ ਨਵਾਂ ਪੇਪਰ ਉਹਨਾਂ ਨੂੰ ਪੇਪਰ 2 ਦੇ ਦਿੱਤਾ, ਨੋਟੀਫਿਕੇਸ਼ਨ ਜਾਰੀ ਕਰ ਦਿੱਤੀ। ਔਰ ਇਸ ਤੋਂ ਬਾਅਦ ਜਿਹੜੇ ਉੱਥੇ ਸਟੂਡੈਂਟ ਸੀ, ਸੋਚੋ 1 ਕਰੋੜ 25 ਲੱਖ ਤਾਂ ਬੱਚੇ ਸੀ ਜਿਨ੍ਹਾਂ ਨੇ ਉਹ ਫਾਰਮ ਭਰਿਆ ਸੀ, ਉਹਨਾਂ ਨੂੰ ਐਵੇਂ ਲੱਗਾ ਕਿ ਇਹ ਇੱਕ ਨਵਾਂ ਫਾਰਮੂਲਾ ਸਰਕਾਰ ਨੇ ਲੱਭ ਲਿਆ ਹੈ ਜਿਹਦੇ ਨਾਲ ਇਹ ਜਿਹੜਾ ਪੇਪਰ ਹੈ ਇਹਨੂੰ ਹੋਰ ਪੋਸਟਪੋਨ ਕਰਨਗੇ ਔਰ ਸਾਡੀ ਜੌਬ ਨਹੀਂ ਮਿਲੇਗੀ, ਸਾਡੀ ਜੌਬ ਨਹੀਂ ਨਿਕਲੇਗੀ। ਸੋ ਇਸ ਇਨਸਿਕਿਉਰਿਟੀ ਤੋਂ ਜਾਂ ਇਹ ਜਿਹੜਾ ਸਰਕਾਰ ਤੇ ਬੇਭਰੋਸਗੀ ਹੋ ਗਈ, ਉਸ ਤੋਂ ਬਾਅਦ ਬੱਚੇ, ਸਟੂਡੈਂਟਸ ਜਿਹੜੇ ਆ, ਨੌਜਵਾਨ ਆ ਬਿਹਾਰ ਦੇ, ਉਹ ਸੜਕਾਂ ਤੇ ਉਤਰ ਆਏ। ਰੇਲਵੇ ਰਿਕਰੂਟਮੈਂਟ ਬੋਰਡ ਤੋਂ ਗਲਤੀ ਕਿੱਥੇ ਹੋਈ, ਗੜਬੜ ਕਿੱਥੇ ਹੋਈ, ਮੇਨ 3 ਪੁਆਇੰਟਾਂ ਤੇ ਆਪਾਂ ਜੋ ਮੈਂ ਲੱਭ ਸਕੀ ਆਪਣੀ ਸਮਝ ਦੇ ਨਾਲ ਉਹ ਇਹ ਹੋਈ ਕਿ ਨੰਬਰ 1 ਤਾਂ ਜਿਹੜੇ ਗ੍ਰੈਜੂਏਟ ਪੜ੍ਹੇ ਹੋਏ ਸੀ, ਮਤਲਬ ਕਿ BA ਪੜ੍ਹੇ ਹੋਏ ਸੀ, BSc ਕੀਤੇ ਹੋਏ ਸੀ, ਇਸ ਤੋਂ ਵੀ ਉੱਪਰਲੀ ਪੜ੍ਹਾਈ ਕੀਤੇ ਹੋਏ ਸੀ, ਤੇ ਦੂਜੇ ਪਾਸੇ ਜਿਹੜੇ ਉਹ ਸੀ ਜਿਹੜੇ +2 ਪੜ੍ਹੇ ਹੋਏ ਬੱਚੇ ਸੀ, ਉਹਨਾਂ ਦੋਨਾਂ ਦੇ ਲਈ ਇੱਕੋ ਹੀ ਪੇਪਰ ਸੈੱਟ ਕਰ ਦਿੱਤਾ ਗਿਆ। ਸੋ ਇੱਕ ਬੜੀ ਇਹ ਗੱਲ ਤੋਂ ਹੀ ਪਤਾ ਲੱਗਦਾ ਕਿ ਕਿੱਡੀ ਵੱਡੀ ਅਣਗਹਿਲੀ ਹੋ ਸਕਦੀ ਹੈ
ਕਿ ਗ੍ਰੈਜੂਏਟ ਪੜ੍ਹੇ ਹੋਏ ਬੱਚੇ ਜਿਹੜੇ ਹਰ ਚੀਜ਼ ਨੂੰ ਬਹੁਤ ਵਿਸਥਾਰ ਦੇ ਨਾਲ ਪੜ੍ਹਦੇ ਨੇ ਔਰ +2 ਪਾਸ ਬੱਚਿਆਂ ਨੂੰ ਇੱਕੋ ਹੀ ਪੇਪਰ 'ਚ ਬਿਠਾ ਦਿੱਤਾ ਗਿਆ। ਇਹ ਵੀ ਇੱਕ ਬਹੁਤ ਵੱਡੀ ਗਲਤੀ। ਅਗਰ +2 ਪਾਸ ਵਾਲੇ ਪੇਪਰ 'ਚ ਹੀ ਗ੍ਰੈਜੂਏਟ ਨੂੰ ਬਿਠਾਉਣਾ ਹੋਵੇ ਤਾਂ ਫਿਰ ਗ੍ਰੈਜੂਏਸ਼ਨ ਕਰਨ ਦੀ ਪ੍ਰਾਈਵੇਟ ਸਕੂਲਾਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾ ਕੇ ਬੱਚੇ ਇੰਨੀ ਫੀਸ ਦਿੰਦੇ ਆ, ਉਹਦੀ ਕੀ ਜ਼ਰੂਰਤ ਹੈ। ਫਿਰ ਦੂਸਰੀ ਗਲਤੀ ਇਹਦੇ ਵਿੱਚ ਇਹ ਹੋਈ ਕਿ ਅਲੱਗ-ਅਲੱਗ ਵਿਭਾਗ ਸੀ ਇਸ ਰਿਕਰੂਟਮੈਂਟ ਦੇ ਪੇਪਰ ਦੇ ਵਿੱਚ। NTPC ਦੇ ਪੇਪਰ ਦੇ ਵਿੱਚ ਵੀ ਰੇਲਵੇ ਦੀ ਜਿਹੜੇ ਨਾਨ ਟੈਕਨੀਕਲ ਜਿਹੜਾ ਪਪੂਲਰ ਕੈਟੇਗਰੀ ਆ ਉਹਦਾ ਪੇਪਰ ਸੀ, ਉਹਦੇ ਅੰਦਰ ਵੀ ਫਰਦਰ ਗਰੁੱਪ D ਐਂਡ ਹੋਰ ਬਹੁਤ ਤਰ੍ਹਾਂ ਦੇ ਵਿਭਾਗ ਸੀ। ਉਹਨਾਂ ਵਿਭਾਗਾਂ ਦੇ ਵਿੱਚ 20 ਗੁਣਾ ਕਰਕੇ ਜਾਂ ਕਈ ਗੁਣਾ ਵਧਾ ਕੇ ਰਿਜ਼ਲਟ ਪੇਸ਼ ਕਰਨਾ ਸੀ ਤਾਂ ਕਿ ਉਹਨਾਂ ਦੇ ਵਿੱਚੋਂ ਫਰਦਰ ਉਹਨਾਂ ਦੇ ਇੰਟਰਵਿਊ ਹੁੰਦੀ ਬੱਚਿਆਂ ਦੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ ਜਾਂਦਾ। ਪਰ ਰੇਲਵੇ ਰਿਕਰੂਟਮੈਂਟ ਬੋਰਡ ਨੇ ਇੱਦਾਂ ਕੀਤਾ ਕਿ ਇੱਕ ਹੀ ਬੱਚੇ ਨੂੰ ਸਾਰੇ ਵਿਭਾਗਾਂ ਦੇ ਵਿੱਚ ਉਹਨਾਂ ਦਾ ਨਾਮ ਪਾ ਦਿੱਤਾ। ਸੋ ਅਗਰ ਮੰਨ ਲਓ ਫॉर ਐਗਜ਼ਾਮਪਲ ਕਿ ਮੈਂ ਟੈਸਟ ਪਾਸ ਕਰ ਗਈ ਹੋਵਾਂ ਤਾਂ ਮੇਰਾ ਨਾਮ 4 ਵਿਭਾਗਾਂ ਦੇ ਵਿੱਚ ਚਲਾ ਜਾਵੇ ਵੀ ਇਹ ਕੁੜੀ ਇੱਥੇ ਨੌਕਰੀ ਕਰਨ ਨੂੰ ਤਿਆਰ ਹੈ, ਬਟ ਜਦੋਂ ਮੈਂ ਨੌਕਰੀ ਕਰਾਂਗੀ ਮੈਂ ਤਾਂ ਇੱਕ ਵਿਭਾਗ 'ਚ ਕਰ ਸਕਦੀ ਹਾਂ, ਬਾਕੀ ਦੀਆਂ 3 ਪੋਸਟਾਂ ਖਰਾਬ ਹੋਣਗੀਆਂ। ਸੋ ਉਹ 3 ਅਗਰ ਮੈਂ ਇੱਕ ਨੌਕਰੀ ਲੈ ਲਈ ਤੇ ਬਾਕੀ 3 ਜੋ ਮੇਰੇ ਲਈ ਸੀ ਉਹ ਹੁਣ ਖਾਲੀ ਹੋ ਗਈਆਂ, ਉਹਨਾਂ ਤੇ ਕਿਹੜਾ ਕੈਂਡੀਡੇਟ ਆਏਗਾ ਉਹਦੀ ਕੋਈ ਵੇਟਿੰਗ ਲਿਸਟ ਵੀ ਸਰਕਾਰ ਵੱਲੋਂ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਜਾਰੀ ਨਹੀਂ ਕੀਤੀ ਗਈ। ਸੋ ਮੋਟਾ ਇਹ ਹੋਇਆ, ਬੱਚਿਆਂ ਨੂੰ ਏਦਾਂ ਲੱਗਿਆ ਕਿ ਅਗਰ ਸਰਕਾਰ ਸਹੀ ਕੰਮ ਕਰਦੀ, ਰੇਲਵੇ ਰਿਕਰੂਟਮੈਂਟ ਬੋਰਡ ਦੇ ਇਸ ਵਿਭਾਗ ਨੇ ਸਹੀ ਕੰਮ ਕੀਤਾ ਹੁੰਦਾ ਤਾਂ ਸਾਡਾ ਨੰਬਰ ਆ ਜਾਣਾ ਸੀ। ਸੋ 1,25,00,000 ਬੱਚੇ ਆਪਾਂ ਅਨੁਮਾਨ ਲਾ ਸਕਦੇ ਹਾਂ ਕਿੰਨੀ ਬੇਰੁਜ਼ਗਾਰੀ ਹੈ, ਉਹਨਾਂ ਨੂੰ ਇੱਕ ਇਨਸਿਕਿਉਰਿਟੀ, ਉਹਨਾਂ ਨੂੰ ਅਵਿਸ਼ਵਾਸ ਜਿਹੜਾ ਉਹ ਪੈਦਾ ਹੋਣਾ ਹੀ ਸੀ। ਫਿਰ ਇਹ ਸਾਰੇ ਕੈਂਡੀਡੇਟ ਸੜਕਾਂ ਤੇ ਉਤਰੇ, ਆਪਣਾ ਉਹਨਾਂ ਨੇ ਪ੍ਰੋਟੈਸਟ ਕੀਤਾ। ਕਈ ਥਾਵਾਂ ਤੇ ਸ਼ਾਂਤਮਈ ਪ੍ਰੋਟੈਸਟ ਰਿਹਾ, ਕਈ ਥਾਵਾਂ ਤੇ ਵਾਇਲੈਂਸ ਐਰਪਟ ਹੋਈ। ਸਟੂਡੈਂਟਸ ਦਾ ਪੱਖ ਸੁਣੀਏ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਪ੍ਰਵੋਕ ਕੀਤਾ ਗਿਆ ਪੁਲਿਸ ਵੱਲੋਂ, ਲਾਠੀ ਚਾਰਜ ਐਂਡ ਆਲ ਦੈਟ ਕਰਕੇ। ਸਾਡੀ ਨੀਅਤ ਨਹੀਂ ਸੀ ਇਦਾਂ ਦੀ ਵਾਇਲੈਂਸ ਕਰਨ ਦੀਆਂ, ਅੱਗ ਲਗਾਉਣ ਦੀਆਂ, ਕੁਝ ਵੀ, ਲੇਕਿਨ ਫਿਰ ਵੀ ਕਈ ਲੋਕਾਂ ਤੇ ਪਰਚਾ ਦਰਜ ਸਰਕਾਰ ਵੱਲੋਂ ਕਰ ਲਿਆ ਗਿਆ। ਹੁਣ ਇਹ ਸਾਰੀ ਘਟਨਾ ਆਪਾਂ ਨੂੰ ਕਿਵੇਂ ਇਫੈਕਟ ਕਰਦੀ ਹੈ? ਇਸ ਤੋਂ ਪਤਾ ਲੱਗਦਾ ਕਿ ਬੇਰੁਜ਼ਗਾਰੀ ਪੂਰੇ ਭਾਰਤ ਦੇ ਵਿੱਚ ਵਿਸਫੋਟਕ ਹੋ ਚੁੱਕੀ ਹੈ। ਬਿਹਾਰ ਦੀ ਗਰੀਬੀ ਹੈ, ਬਿਹਾਰ ਦੇ ਹਾਲਾਤ ਆਪਣੇ ਤੋਂ ਛੁਪੇ ਹੋਏ ਨਹੀਂ। ਆਪਾਂ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ। ਪੰਜਾਬ ਇੱਕ ਬਹੁਤ ਖੁਸ਼ਹਾਲ ਸੂਬਾ ਹੈ ਕੰਪੈਰੀਟਿਵਲੀ ਟੂ ਅਦਰ ਸਟੇਟਸ, ਪਰ ਬਿਹਾਰ ਔਰ ਪੰਜਾਬ ਦੇ ਵਿੱਚ 2 ਚੀਜ਼ਾਂ ਕਾਮਨ ਹੈ। ਪਹਿਲੀ ਚੀਜ਼ ਹੈ ਬੇਰੁਜ਼ਗਾਰੀ ਔਰ ਦੂਸਰੀ ਚੀਜ਼ ਹੈ ਬੇਪਰਵਾਹ ਸਰਕਾਰ। ਬੇਰੁਜ਼ਗਾਰੀ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਹੈ ਕਿ ਅਗਰ ਆਪਾਂ ਘਰ ਰੋਜ਼ਗਾਰ ਸਾਈਟ, ਜੋ ਸਰਕਾਰੀ ਸਾਈਟ ਹੈ, ਵੈਬਸਾਈਟ, ਉਹਦੇ ਤੇ ਜਾ ਕੇ ਦੇਖੀਏ ਤਾਂ ਆਪਣੇ ਪੰਜਾਬ ਦੇ ਵਿੱਚ 13.5 ਲੱਖ ਤੋਂ ਵੱਧ ਐਦਾਂ ਦੇ ਬੱਚੇ ਆ, ਐਦਾਂ ਦੇ ਲੋਕ ਨੇ ਜਿਹੜੇ ਨੌਕਰੀ ਭਾਲਦੇ ਆ, ਜੌਬ ਸੀਕਰਸ ਹੈ, ਘਰ ਨੌਕਰੀ ਦੀ ਸਾਈਟ ਦੇ ਉੱਤੇ। ਪਰ ਸਰਕਾਰ ਦੇ ਕੋਲ ਕਿੰਨੀਆਂ ਨੌਕਰੀਆਂ ਉਸ ਵੈਬਸਾਈਟ ਤੇ ਅਵੇਲੇਬਲ ਆ? ਸਿਰਫ ਔਰ ਸਿਰਫ 26,000 ਨੌਕਰੀਆਂ, ਜਿਨ੍ਹਾਂ ਵਿੱਚੋਂ ਅੱਧੀਆਂ ਪ੍ਰਾਈਵੇਟ ਖੇਤਰ ਦੀਆਂ ਔਰ ਅੱਧੀਆਂ ਸਰਕਾਰੀ ਖੇਤਰ ਦੀਆਂ। ਸੋ 13 ਲੱਖ ਤੋਂ ਉੱਪਰ ਜੌਬ ਲੱਭਣ ਵਾਲੇ ਲੋਕ ਆ ਜਿਨ੍ਹਾਂ ਨੂੰ ਨੌਕਰੀ ਚਾਹੀਦੀ ਆ, ਔਰ ਸਰਕਾਰ ਕੋਲ ਨੌਕਰੀਆਂ ਕਿੰਨੀਆਂ? ਸਿਰਫ ਔਰ ਸਿਰਫ 26,000 ਦੇ ਲਗਭਗ। ਸੋ ਬਹੁਤ ਵੱਡਾ ਪਾੜਾ ਹੈ। ਪੰਜਾਬ ਸਰਕਾਰ ਦੀ ਬੇਪਰਵਾਹੀ ਇਹ ਹੈ ਕਿ ਬਹੁਤ ਏਦਾਂ ਦੀਆਂ ਭਰਤੀਆਂ ਪੰਜਾਬ ਦੇ ਵਿੱਚ ਰੀਸੈਂਟ ਦਿਨਾਂ ਦੇ ਵਿੱਚ ਨਿਕਲੀਆਂ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਈ ਭਰਤੀਆਂ ਨਿਕਲੀਆਂ ਔਰ ਜਿੰਨੀਆਂ ਵੀ ਨਿਕਲੀਆਂ ਆਲਮੋਸਟ ਸਾਰੀਆਂ ਦੀਆਂ ਸਾਰੀਆਂ ਲਟਕ ਗਈਆਂ। ਕਿਸੇ ਤੇ ਹਾਈ ਕੋਰਟ ਦੀ ਤਲਵਾਰ ਲਟਕ ਗਈ, ਕਿਸੇ ਨੇ ਰਿਟ ਪਟੀਸ਼ਨ ਪਾਤੀ, ਕਿਤੇ ਸਰਕਾਰ ਵੱਲੋਂ ਪੈ ਗਈ, ਕਿਤੇ ਹੋਰ ਬੱਚਿਆਂ ਵੱਲੋਂ ਪੈ ਗਈ। ਸਬ ਇੰਸਪੈਕਟਰ ਦੀਆਂ ਭਰਤੀਆਂ ਲਟਕੀਆਂ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ ਸੀ, ਉਹ ਮਾਮਲਾ ਲਟਕ ਗਿਆ। ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਪੰਜਾਬ ਦੇ ਵਿੱਚ 30 ਸਾਲਾਂ ਬਾਅਦ ਤਾਂ ਖੁੱਲੀ ਸੀ ਮਸਾ ਹੀ। ਉਹ ਖੋਲਣ ਦੇ ਲਈ ਵੀ ਇੱਕ ਪ੍ਰੋਟੈਸਟ ਕੀਤਾ ਗਿਆ ਸੀ। ਉਹ ਵੀਡੀਓ ਵੀ ਮੇਰੇ ਚੈਨਲ ਤੇ ਮੌਜੂਦ ਆ, ਜਿਹੜਾ ਨੇ ਸਰਕਾਰੀ ਕਾਲਜ ਬਚਾਓ ਮੰਚ ਨੇ ਪ੍ਰੋਟੈਸਟ ਕੀਤਾ ਸੀ, ਹੋਰ ਵੀ ਕਈ ਜਥੇਬੰਦੀਆਂ ਦੇ ਨਾਲ, ਔਰ ਅਲਟੀਮੇਟਲੀ ਸਰਕਾਰ ਨੇ ਨੌਕਰੀਆਂ ਕੱਢੀਆਂ ਸੀ ਅਸਿਸਟੈਂਟ ਪ੍ਰੋਫੈਸਰ ਦੀਆਂ, ਬਟ ਉਹ ਵੀ ਭਰਤੀਆਂ ਲਟਕ ਗਈਆਂ। ਪੰਜਾਬ ਦੇ ਵਿੱਚ 12ਵੀਂ ਪਾਸ ਜਿਹੜੇ ਪੜ੍ਹੇ ਲਿਖੇ ਲੋਕ ਹੈ, 12 ਤੱਕ ਪੜ੍ਹੇ ਲੋਕ ਆ, ਉਹਨਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ 16% ਹੈ। ਜਿਹੜੇ ਗ੍ਰੈਜੂਏਸ਼ਨ ਪਾਸ ਆ ਉਹਨਾਂ ਦੇ ਵਿੱਚ ਅਰਾਊਂਡ 12 ਜਾਂ 15% ਦੀ ਬੇਰੁਜ਼ਗਾਰੀ ਦੀ ਦਰ ਹੈ। ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵੀ ਬੱਚਿਆਂ ਦੇ ਵਿੱਚ ਜਿਹੜੇ ਪੋਸਟ ਗ੍ਰੈਜੂਏਟ ਪੜ੍ਹੇ ਹੋਏ ਨੇ ਜਾਂ ਹਾਇਰ ਐਜੂਕੇਸ਼ਨ ਲਈ ਹੈ, ਉਹਨਾਂ ਦੇ ਵਿੱਚ ਵੀ 16% ਬੇਰੁਜ਼ਗਾਰੀ ਦੀ ਦਰ ਹੈ। ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੱਕ ਡਾਟਾ ਦਿਖਾਉਂਦਾ ਹੈ ਕਿ 2.5 ਲੱਖ ਤੋਂ ਵੀ ਉੱਪਰ ਐਦਾਂ ਦੇ ਲੋਕ ਆ ਜਿਹੜੇ ਹਾਈਲੀ ਐਜੂਕੇਟਡ ਹੈ, ਬਹੁਤ ਪੜ੍ਹੇ ਹੋਏ ਆ, ਪੋਸਟ ਗ੍ਰੈਜੂਏਟ ਕੀਤੀ ਹੋਈ ਆ, ਹਾਇਰ ਐਜੂਕੇਸ਼ਨ ਲਈ ਹੋਈ ਆ, ਔਰ ਫਿਰ ਵੀ ਬੇਰੁਜ਼ਗਾਰ ਹੈ। ਕੀ ਪੰਜਾਬ ਸਰਕਾਰ ਨੂੰ ਕੋਈ ਵੀ ਐਦਾਂ ਦਾ ਡਰ ਨਹੀਂ ਲੱਗਦਾ ਕਿ ਅਗਰ ਸਾਡੇ ਪੰਜਾਬ ਦਾ ਯੂਥ ਕਿਸੇ ਕਾਰਨਾਂ ਕਰਕੇ ਜਾਂ ਇਹ ਬੇਭਰੋਸਗੀ ਕਰਕੇ ਜਾਂ ਆਰਥਿਕ ਮੰਦੀ ਕਰਕੇ ਜਾਂ ਓਪਰਚੁਨਿਟੀਜ਼ ਮੌਕੇ ਨਾ ਮਿਲਣ ਕਰਕੇ ਇੱਕ ਦਿਨ ਸਾਡੇ ਤੇ ਭੜਕ ਗਿਆ ਤਾਂ ਅਸੀਂ ਕਿਵੇਂ ਕਾਬੂ ਕਰਾਂਗੇ ਇਸ ਵਿਸਫੋਟ ਨੂੰ? ਵਿਚ ਇਜ਼ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਕਿ ਤੁਸੀਂ ਹਰ ਦੂਸਰਾ ਬੰਦਾ
ਹਰ ਇੱਕ ਦੂਸਰਾ ਇਨਸਾਨ, ਕੋਈ ਵੀ ਕੁੜੀ ਹੋਵੇ ਮੁੰਡਾ ਹੋਵੇ 30 ਸਾਲ ਦੀ ਉਮਰ ਦੇ ਵਿੱਚ ਤੁਸੀਂ ਅਗਰ ਉਹਨਾਂ ਨੂੰ ਮਿਲੋਗੇ ਤਾਂ ਤੁਸੀਂ ਦੇਖੋਗੇ ਕਿ ਪਹਿਲੀ ਗੱਲ ਤਾਂ ਉਹਨਾਂ ਕੋਲ ਨੌਕਰੀ ਨਹੀਂ ਹੈ। ਜਿਹੜੀ ਉਹਨਾਂ ਕੋਲ ਨੌਕਰੀ ਹੈਗੀ ਵੀ ਆ ਮਾੜੀ ਮੋਟੀ, ਉਹਦੇ ਵਿੱਚ ਉਹਨਾਂ ਨੂੰ 8,000 10,000 ਬੜੀ ਹੱਦ 15,000 ਤਨਖਾਹ ਮਿਲਦੀ ਹੈ, ਵਿਚ ਇਜ਼ ਨਾਟ ਸਫੀਸ਼ੀਐਂਟ। ਅਗਰ ਉਹ ਤਨਖਾਹ ਜਿੱਥੇ ਉਹ ਨੌਕਰੀ ਕਰਦੇ ਵੀ ਆ ਉਹ ਨੌਕਰੀ ਇਦਾਂ ਦੀ ਹੈ ਜਿਹੜੀ ਇੱਕ ਟੈਂਪਰੇਰੀ ਨੌਕਰੀ ਕਰਦੇ ਆ, ਵੀ ਸਾਲ ਇੱਕ ਕਰ ਲਾਂਗੇ ਜੀ, 2 ਸਾਲ ਕਰ ਲਾਂਗੇ, ਕਿਉਂਕਿ ਹੋਰ ਕੋਈ ਚਾਰਾ ਨਹੀਂ ਹੈ। ਜਿਵੇਂ ਕਿ ਪੰਜਾਬ ਦੇ ਵਿੱਚ MSMEs ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਆ, 14 ਲੱਖ ਦੇ ਨੰਬਰ ਆ। MSMEs 14 ਲੱਖ ਆ। ਜ਼ਿਆਦਾਤਰ ਲੁਧਿਆਣਾ ਜਾਂ ਹੋਰ ਇੰਡਸਟਰੀਅਲ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ MSMEs ਆ, ਜਿਨ੍ਹਾਂ ਦੇ ਵਿੱਚ 24 ਲੱਖ ਵਰਕਫੋਰਸ ਦੀ ਜ਼ਰੂਰਤ ਹੈ। ਮਤਲਬ ਕਿ ਉਹਨਾਂ ਨੂੰ 24 ਲੱਖ ਦੇ ਲਗਭਗ EMPLOYEES ਦੀ ਜ਼ਰੂਰਤ ਰਹਿੰਦੀ ਆ, ਔਰ ਉੱਥੇ ਕੰਮ ਵੀ ਕਰਦੇ ਨੇ ਲੋਕ। ਪਰ ਉਹ ਜਿਹੜੇ EMPLOYEES ਆ ਉਹ ਫਿਰ ਵੀ ਉਹ ਸਕਿਲਡ ਵਰਕਰ ਨਹੀਂ ਆ, ਉਹ ਸਕਿਲਡ ਲੇਬਰ ਨਹੀਂ ਆ, ਜਿਨ੍ਹਾਂ ਦੇ ਕੋਲ ਫੋਰ ਐਗਜ਼ਾਮਪਲ ਆਪਾਂ ਇਹਨੂੰ ਐਗਜ਼ਾਮਪਲ ਨਾਲ ਸਮਝਦੇ ਹਾਂ ਕਿ ਅਗਰ ਕੋਈ B.Ed ਕੀਤੀ ਹੋਈ ਹੈ, ਕਿਸੇ ਨੇ MA ਕੀਤੀ ਹੋਈ ਆ, ਉਹ ਇੱਕ ਛੋਟੀ ਇੰਡਸਟਰੀ ਦੇ ਵਿੱਚ ਜਾ ਕੇ ਕੰਮ ਕਰ ਰਿਹਾ ਜਿਹਨੂੰ ਉਸ ਇੰਡਸਟਰੀ ਦਾ ਨਹੀਂ ਪਤਾ। ਸੋ ਇਹ ਜਿਹੜੀ ਵਿਵਸਥਾ ਆ ਇਹ ਵੀ ਪੰਜਾਬ ਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਆ। ਪੰਜਾਬ ਦੇ ਕੋਲ ਸਕਿਲਡ ਲੇਬਰਾਂ ਦੀ ਘਾਟ ਹੈ, ਜਿਹੜੇ ਸਕਿਲਡ ਹੋਣ, ਜਿਨ੍ਹਾਂ ਨੂੰ ਜਾਂਚ ਹੋਵੇ, ਜਿਨ੍ਹਾਂ ਨੂੰ ਐਕਸਪਰਟਿਜ਼ ਹੋਵੇ ਉਹਨਾਂ ਦੇ ਕੋਲ ਪਾਰਟਿਕੂਲਰ ਕੰਮ ਕਰਨ ਦੀ। ਪਰ ਪੰਜਾਬ ਦੇ ਇਹ ਨੌਜਵਾਨੀ ਦੇ ਵਿੱਚ ਔਰ ਪੰਜਾਬ ਦੀ ਇਸ ਵਰਕਫੋਰਸ ਦੇ ਵਿੱਚ ਇਹ ਸਕਿੱਲ ਦੇਣ ਦੇ ਲਈ ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਖਾਸ ਐਫਰਟਸ ਨਹੀਂ ਪਾਈਆਂ ਗਈਆਂ, ਕਿ ਕੋਈ ਖਾਸ ਪ੍ਰੋਗਰਾਮ ਨਹੀਂ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਕਿ ਪੰਜਾਬ ਦੀ ਵਰਕਫੋਰਸ ਜਿਹੜੀ ਕਿ ਕਰੋੜ ਤੋਂ ਉੱਪਰ ਨੰਬਰ ਹੈ, ਪੰਜਾਬ ਦੇ ਆਲਮੋਸਟ 1.5 ਕਰੋੜ ਤੋਂ ਉੱਪਰ ਲੋਕ ਐਦਾਂ ਦੇ ਆ ਜਿਹੜੇ ਵਰਕਫੋਰਸ ਆ, ਜਿਹੜੀ ਲੇਬਰ ਫੋਰਸ ਆ ਆਪਣੀ, ਉਹਨਾਂ ਨੂੰ ਕੋਈ ਵੀ ਐਦਾਂ ਦੀ ਸਕਿੱਲ ਦੇਣ ਦੇ ਪ੍ਰੋਗਰਾਮ ਕੋਈ ਵੱਡੇ ਲੈਵਲ ਤੇ ਚਲਾਏ ਨਹੀਂ ਗਏ। ਸਿਰਫ ਔਰ ਸਿਰਫ ਖਾਨਾ ਪੂਰਤੀ ਕੀਤੀ ਗਈ ਹੈ, ਸਿਰਫ ਉਹਨਾਂ ਦੇ ਨਾਮ ਲੈਣ ਲਈ, ਕਿਤੇ ਭਾਸ਼ਣ ਦੇਣ ਦੇ ਲਈ ਇੱਕ ਛੋਟੇ ਸੈਟਅਪ 1 ਜਾਂ 2 ਕਰਕੇ ਲਾਏ ਹੋਏ ਨੇ। ਬਟ ਸਕਿਲਡ ਲੇਬਰ ਨੂੰ ਵਧਾਵਾ ਦੇਣ ਦੇ ਲਈ ਪੰਜਾਬ ਦੇ ਵਿੱਚ ਕੋਈ ਵੀ ਪ੍ਰੋਗਰਾਮ ਹਜੇ ਤੱਕ ਸਟਾਰਟ ਨਹੀਂ ਕੀਤਾ ਪੁਰਾਣੀਆਂ ਸਰਕਾਰਾਂ ਨੇ। ਪਰ ਗੱਲ ਇਹ ਹੈ ਕਿ ਐਗਰੀਕਲਚਰ ਦੇ ਵਿੱਚ ਵੀ ਜਾਂ ਹੋਰ ਜਿਹੜੇ ਅਨਆਰਗੇਨਾਈਜ਼ਡ ਸੈਕਟਰ ਆ ਉਹਨਾਂ ਤੱਕ ਤਾਂ ਇਹ ਸਰਵੇ ਜਿਹੜੇ ਬੇਰੁਜ਼ਗਾਰੀ ਦਰ ਨੂੰ ਮਾਪਣ ਵਾਲੇ ਉਹ ਪਹੁੰਚਦੇ ਹੀ ਨਹੀਂ। ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਅੱਧੇ ਤੋਂ ਵੱਧ ਪਿੰਡ ਬੇਰੁਜ਼ਗਾਰ ਬੈਠੇ ਨੇ ਜਾਂ ਸਿਰਫ ਖੇਤੀ ਦੇ ਵਿੱਚ ਆਪਣਾ ਹੱਥ ਵਟਾਉਂਦੇ ਨੇ, ਔਰ ਖੇਤੀ ਕੋਈ ਪ੍ਰੋਫਿਟ ਦਾ ਸੌਦਾ ਨਹੀਂ ਹੈ ਜਿੱਥੋਂ ਜਿਹੜਾ ਯੂਥ ਹੈ ਉਹ ਇੰਡੀਪੈਂਡੈਂਸ, ਇਕਨੋਮਿਕ ਇੰਡੀਪੈਂਡੈਂਸ, ਫਾਈਨੈਂਸ਼ੀਅਲ ਇੰਡੀਪੈਂਡੈਂਸ ਉੱਥੋਂ ਲੈ ਸਕਦਾ ਹੋਵੇ। ਪੰਜਾਬ ਦੇ ਜਿਹੜੇ ਮੰਤਰੀ ਨੇ ਇਸ ਟਾਈਮ ਤੇ, ਪੰਜਾਬ ਦੇ ਵਿਧਾਇਕ ਆ, ਉਹਨਾਂ ਨੂੰ ਇਹ ਜਿਹੜੇ ਬੇਰੁਜ਼ਗਾਰ ਅੰਦੋਲਨ ਕਰਨ ਵਾਲੇ ਸੀਗੇ, ਜਿਹੜੇ ਮੋਹਾਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਛੱਤ ਤੇ ਬੈਠੇ ਸੀ, ਉੱਥੇ ਧਰਨਾ ਲਾ ਕੇ ਕਈ ਮਹੀਨਿਆਂ ਤੋਂ ਬੈਠੇ ਹੋਏ ਨੇ ਲਗਾਤਾਰ, ਜਾਂ ਜਿਹੜੇ ਖਰੜ ਦੇ ਵਿੱਚ ਟੈਂਕੀ ਤੇ ਚੜੀ ਹੋਈ ਕੁੜੀ ਸੀ, ਪਟਿਆਲਾ ਦੇ ਟਾਵਰਾਂ ਤੇ ਚੜੇ ਹੋਏ ਸੀ, ਉਹਨਾਂ ਨੂੰ ਇੱਕ ਵਾਰੀ ਥੈਂਕ ਯੂ ਕਹਿਣਾ ਚਾਹੀਦਾ ਹੈ ਕਿ ਥੈਂਕ ਯੂ, ਤੁਸੀਂ ਬਹੁਤ ਸਮਝਦਾਰ ਬੱਚੇ ਸੀ, ਤੁਸੀਂ ਟ੍ਰੇਨਾਂ ਨੂੰ ਅੱਗ ਨਹੀਂ ਲਾਈ, ਤੁਸੀਂ ਕਿਸੇ ਵੀ ਸਰਕਾਰੀ ਸੰਪਤੀ ਦਾ ਨੁਕਸਾਨ ਨਹੀਂ ਕਰਿਆ। ਉਹਨਾਂ ਦੇ ਸਬਰ ਦਾ ਥੈਂਕ ਯੂ ਕਰਨਾ ਚਾਹੀਦਾ ਕਿ ਉਹਨਾਂ 'ਚ ਇੰਨਾ ਸਬਰ ਸੀ ਵੀ ਉਹਨਾਂ ਕੋਲ ਨੌਕਰੀਆਂ ਨਹੀਂ ਆ, ਪੜ੍ਹੇ ਲਿਖੇ ਨੇ, ਉਹਨਾਂ ਦੀਆਂ ਉਮਰਾਂ ਨਿਕਲ ਰਹੀਆਂ ਨੇ, ਪਰ ਫਿਰ ਵੀ ਉਹਨਾਂ ਨੇ ਕੋਈ ਐਦਾਂ ਦਾ ਵਾਇਲੈਂਸ ਵਾਲਾ ਰਾਸਤਾ ਨਹੀਂ ਚੁਣਿਆ। ਪੰਜਾਬ ਦੇ ਵਿੱਚ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਾਂ ਪੈਸਾ ਹੈ ਜਾਂ ਜਿਨ੍ਹਾਂ ਦੇ ਕੋਲ ਥੋੜੀ ਵਾਲੀ ਜ਼ਮੀਨ ਹੈ ਕਿ ਉਹ ਚਾਹੇ ਗਹਿਣੇ ਰੱਖ ਕੇ ਕਿਸੇ ਕੋਲ ਪੈਸੇ ਫੜ ਕੇ ਆਪਣੇ ਬੱਚਿਆਂ ਨੂੰ ਫੋਰਨ ਪੜ੍ਹਨ ਲਈ ਭੇਜ ਦੇਣ, ਉਹ ਤਾਂ ਖੁਸ਼ ਨੇ। ਉਹਨਾਂ ਨੂੰ ਤਾਂ they really don't care about ਕਿਹੜੀ ਸਰਕਾਰ ਆਉਂਦੀ ਹੈ, ਕਿਹੜੀ ਸਰਕਾਰ ਕੀ ਕਰਦੀ ਹੈ, ਕਿਉਂਕਿ ਉਹਨਾਂ ਦੇ ਬੱਚੇ ਉਹਨਾਂ ਨੇ ਇਨਵੈਸਟਮੈਂਟ ਕਰਕੇ ਸੈਟਲ ਕਰ ਦਿੱਤੇ ਆ, ਉਹਨਾਂ ਦੀ ਚਿੰਤਾ ਖਤਮ ਹੋ ਗਈ। ਪਰ ਇੱਕ ਬਹੁਤ ਵੱਡਾ ਸਮਾਜ ਦਾ ਹਿੱਸਾ ਹੈ ਜਿਹੜਾ ਇੰਨਾ ਪੈਸਾ ਅਫੋਰਡ ਨਹੀਂ ਕਰ ਸਕਦਾ ਕਿ 40 ਲੱਖ 50 ਲੱਖ ਲਾ ਕੇ ਕੈਨੇਡਾ ਅਮਰੀਕਾ ਤੁਰ ਜਾਏ। ਸੋ ਉਹਨਾਂ ਦੇ ਲਈ ਇੱਥੇ ਬੈਠਿਆਂ ਨੂੰ ਓਪਰਚੁਨਿਟੀਜ਼ ਦੀ ਘਾਟ ਹੈ, ਬਹੁਤ ਵੱਡੀ ਘਾਟ ਹੈ। ਔਰ ਉਹ ਲੋਕ ਜਿਹੜੇ ਇਸ ਸਮਾਜਿਕ ਪਾੜੇ ਦਾ, ਜਿਹੜਾ ਹੈਵਸ ਐਂਡ ਹੈਵ ਨੋਟਸ ਦਾ ਪਾੜੇ ਦੇ ਵਿੱਚ ਸ਼ਿਕਾਰ ਹੋ ਰਿਹਾ, ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈਗਾ ਕਿ ਉਹ ਆਪਣੇ ਆਪ ਨੂੰ ਸੈਟਲ ਕਰ ਸਕਣ, ਉਹ ਜਿਨ੍ਹਾਂ ਨੂੰ ਸਿਰਫ ਇੱਕ ਗਵਰਨਮੈਂਟ ਨੌਕਰੀ ਦੀ, ਸਰਕਾਰੀ ਨੌਕਰੀ ਦੀ ਆਸ ਹੈ, ਉਹਨਾਂ ਨੂੰ ਸਰਕਾਰ ਨੂੰ ਉਹਨਾਂ ਦੀਆਂ ਪ੍ਰੋਬਲਮ ਸਹੀ ਕਰਨੀਆਂ ਚਾਹੀਦੀਆਂ। ਅਦਰਵਾਈਜ਼ ਆਪਣਾ ਯੂਥ ਜਿਹੜਾ ਉਹ ਮਾਨਸਿਕ ਤੌਰ ਤੇ ਨਿਰਾਸ਼ ਹੋ ਜਾਏਗਾ ਔਰ ਉਹਨਾਂ ਦੀ ਨਿਰਾਸ਼ਾ ਕਿਸੇ ਵੀ ਰੂਪ ਦੇ ਵਿੱਚ ਆਪਣੇ ਸਾਹਮਣੇ ਆ ਸਕਦੀ ਹੈ। ਬਿਹਾਰ ਦੀ ਇਸ ਐਗਜ਼ਾਮਪਲ ਨੂੰ ਭੁੱਲਣਾ ਨਹੀਂ ਚਾਹੀਦਾ। ਜਿਹੜੇ ਨੌਜਵਾਨ ਬੇਰੁਜ਼ਗਾਰ ਬੈਠੇ ਨੇ, ਜਿਨ੍ਹਾਂ ਨੂੰ ਸਰਕਾਰ ਫੇਲ ਹੋ ਗਈ ਕਿਸੇ ਨਾ ਕਿਸੇ ਐਂਟਰਪ੍ਰਾਈਜ਼ ਦੇ ਵਿੱਚ, ਐਂਟਰਪ੍ਰੈਨਿਓਰਸ਼ਿਪ ਦੇ ਵਿੱਚ ਜਾਂ ਕਿਸੇ ਸਰਕਾਰੀ ਪ੍ਰਾਈਵੇਟ ਨੌਕਰੀ ਸੈੱਟ ਕਰਨ ਦੇ ਲਈ, ਉਹਨਾਂ ਨੂੰ ਇਸ ਟਾਈਮ ਕੀ ਕੰਮ ਬਚਿਆ ਹੈ ਕਿ ਇਹ ਕੰਮ ਬਚਿਆ ਕਿ ਉਹਨਾਂ ਦੀ ਮਾਨਸਿਕਤਾ ਇੰਨੀ ਖਰਾਬ ਹੋ ਚੁੱਕੀ ਹੈ ਵੀ ਜੋ ਵੀ ਉਹਨਾਂ ਦੇ ਹੱਥ ਆਉਂਦਾ ਉਹੀ ਕਰੀ ਜਾਂਦੇ ਨੇ। ਫੋਰ ਐਗਜ਼ਾਮਪਲ ਐਦਾਂ ਦੇ ਕੰਮ ਵੀ ਚੱਲ ਰਹੇ ਨੇ ਕਿ ਮੀਮ ਪੇਜ ਬਣਾਏ ਹੋਏ ਆ ਯੂਥ ਨੇ, ਜਿਹਦੇ ਵਿੱਚ ਉਹ ਬਹੁਤ ਭੱਦੀ ਸ਼ਬਦਾਵਲੀ ਵੀ ਲੋਕਾਂ ਦੇ ਲਈ ਵਰਤਦੇ ਨੇ, ਸਿਰਫ ਔਰ ਸਿਰਫ ਫੋਲੋਅਰਸ ਗੇਨ ਕਰਨ ਦੇ ਲਈ, ਜਾਂ ਉਹ ਪ੍ਰਮੋਸ਼ਨ ਕਰਦੇ ਨੇ ਕਿਸੇ ਦੀ, ਜਾਂ PR ਏਜੰਸੀਆਂ ਐਦਾਂ ਦੇ ਛੋਟੇ ਪੇਜ ਬਣਾਏ ਹੋਏ ਨੇ।
ਜਿਨ੍ਹਾਂ ਜਿਹੜੇ ਆਪਣੇ ਯੂਥ ਦੀ ਮਾਨਸਿਕਤਾ ਨੂੰ, ਮੈਂ ਇੱਥੇ ਫੋਟੋਆਂ ਨਹੀਂ ਲਾਉਣਾ ਚਾਹੁੰਦੀ ਉਹਨਾਂ ਪੇਜਾਂ ਦੀਆਂ ਕਿ ਮੇਰੇ ਦੁਆਲੇ ਹੋ ਜਾਣਗੇ, ਬਟ ਉਹ ਆਪਣੇ ਯੂਥ ਦੀ, ਆਪਣੇ ਆਉਣ ਵਾਲੇ ਭਵਿੱਖ ਦੀ ਮਾਨਸਿਕਤਾ ਖਰਾਬ ਹੋ ਰਹੀ ਹੈ। ਨਾਲ ਹੀ ਅਗਰ ਯੂਥ ਕੰਮ ਕਰਦਾ ਤਾਂ ਇਹ ਕਰਦਾ ਹੈ ਕਿ ਉਹ ਫਲਾਣੇ ਸਿੱਧੂ ਮੂਸੇਵਾਲੇ ਨੇ ਕਰਨ ਔਜਲੇ ਨੂੰ ਰਿਪਲਾਈ ਕਰ ਦਿੱਤਾ, ਕਰਨ ਔਜਲੇ ਦਾ ਰਿਪਲਾਈ ਉਹ ਫਲਾਣੇ ਸਿੰਗਰ ਨੇ ਕਰ ਦਿੱਤਾ, ਬੱਬੂ ਮਾਨ ਨੇ ਇਹ ਕਹਿਤਾ, ਉਹਨੇ ਇਹ ਕਹਿਤਾ, ਸਿਰਫ ਔਰ ਸਿਰਫ ਸਿੰਗਰਾਂ ਦੇ ਪਿੱਛੇ ਪਏ ਹੋਏ ਨੇ ਕਿਉਂਕਿ ਉਹਨਾਂ ਦੇ ਕੋਲ ਰੋਜ਼ਗਾਰ ਨਹੀਂ ਆ, ਉਹਨਾਂ ਕੋ ਆਪਣੀ એનર્ਜੀ ਦੀ, ਊਰਜਾ ਦੀ ਖਪਤ ਕਰਨ ਦੇ ਲਈ ਕੋਈ ਕਾਰੋਬਾਰ ਨਹੀਂ ਹੈ। ਸੋ ਇੱਕ ਇਦਾਂ ਦੀਆਂ ਛੋਟੀਆਂ ਚੀਜ਼ਾਂ 'ਚ ਉਹ ਪ੍ਰਾਊਡ ਫੀਲ ਕਰਦੇ ਆ। ਨਾਲ ਹੀ ਇੱਕ ਨਵਾਂ ਡਰਾਮਾ ਹੈ ਜਿਹੜਾ ਟੈਕਨੋਲੋਜੀ ਦਾ ਯੁੱਗ ਹੈ, ਪਲੱਸ ਇਲੈਕਸ਼ਨ ਕਮਿਸ਼ਨ ਨੇ ਵੀ ਜਿਹੜੇ ਚੋਣ ਪ੍ਰਚਾਰ ਉਹਨੂੰ ਆਨਲਾਈਨ ਕਰ ਦਿੱਤਾ, ਡਿਜੀਟਲ ਕਰ ਦਿੱਤਾ। ਸੋ ਜਿਹੜੇ ਆਪਣੇ ਪੰਜਾਬ ਦੇ MLAs ਜਾਂ MPs ਜਾਂ ਜਿੰਨੇ ਵੀ ਇਹ ਲੋਕ ਹੈ ਇਲੈਕਸ਼ਨਾਂ 'ਚ ਪਾਰਟਿਸਿਪੇਟ ਕਰ ਰਹੇ, ਇਹਨਾਂ ਨੇ PR ਏਜੰਸੀਜ਼ ਹਾਇਰ ਕੀਤੀਆਂ ਹੋਈਆਂ। PR ਏਜੰਸੀਜ਼ ਦੇ ਵਿੱਚ ਇੱਕ ਏਜੰਸੀ ਹੁੰਦੀ ਹੈ ਜਿਹੜੀ ਸਾਰੀ ਡਿਜੀਟਲ ਪ੍ਰਮੋਸ਼ਨ ਕਰਦੀ ਹੈ, ਜਿਹੜੀ ਦਿਖਾਉਂਦੀ ਹੈ ਵੀ ਇਹ ਗਾਣਾ ਲਗਾ ਕੇ ਇਸ MLA ਦੇ ਵੀਡੀਓ ਦੇ ਪਿੱਛੇ ਇਹ ਗਾਣਾ ਲਗਾ ਕੇ ਤੁਹਾਨੂੰ ਦਿਖਾਉਣਾ ਆ। ਉਹਦੇ ਵਿੱਚ ਵੀ ਬਾਹਰ ਦੀਆਂ ਏਜੰਸੀਆਂ ਹਾਇਰ ਕੀਤੀਆਂ ਹੋਈਆਂ ਜਿਹੜੀਆਂ ਪੰਜਾਬ ਦੇ ਲੋਕਲ ਮੁੰਡਿਆਂ ਨੂੰ ਫॉर 6000 5000 8000 ਦੀ ਨੌਕਰੀ ਦੇ ਕੇ ਮੰਤਰੀਆਂ ਦੀ ਪ੍ਰਮੋਸ਼ਨ ਦੇ ਵਿੱਚ ਲੱਗੇ ਹੋਏ ਆ। ਪੰਜਾਬ ਸਰਕਾਰ ਨੂੰ ਇਸ ਸਮੇਂ ਦੇ ਉੱਤੇ ਬੇਰੋਜ਼ਗਾਰੀ ਦਾ ਇਹ ਜਿਹੜਾ ਵਿਸਫੋਟ ਹੋਣ ਵਾਲਾ ਆ ਜਾਂ ਬੇਰੋਜ਼ਗਾਰ ਲੋਕਾਂ ਦੀਆਂ ਦੁੱਖ ਤਕਲੀਫਾਂ ਆ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਇਹ ਵਾਕਿਆ ਵਿਸਫੋਟ ਹੋ ਕੇ ਆਪਣੇ ਸਾਹਮਣੇ ਆ ਜਾਣ। ਥੈਂਕ ਯੂ ਸੋ ਮਚ ਫॉर ਵਾਚਿੰਗ।